ਤਿੰਨਾਂ ਨੂੰ ਹੀ ਆਸਰੀਆ ਅੰਦਰਾਬੀ ਨੂੰ ਔਰ ਸੋਫੀ ਫਾਮੀਦਾ ਤੇ ਨਾਇਦਾ ਨਸਰੀਨ ਨੂੰ 30 ਸਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹੁਣ ਇਹ ਹਾਈ ਕੋਰਟ ਦਾ ਜੱਜ ਜਦੋਂ ਇਹਨਾਂ ਤਿੰਨਾਂ ਬੀਬੀਆਂ ਨੂੰ 30 ਸਾਲ, ਔਰ ਇਹ ਹਾਈਲੀ ਐਜੂਕੇਟਡ ਬੀਬੀਆਂ ਨੇ, ਕੋਈ ਡਾਕਟਰ ਹੈ, ਕੋਈ ਹਾਈਲੀ ਮਾਸਟਰਸ ਹੈ, ਕੋਈ ਦੂਜਾ ਹੈ, ਉਹਨਾਂ ਨੇ ਪਲੀਜ਼ ਵੀ ਲਈ। ਹੈਲਥ ਪ੍ਰੋਬਲਮ ਚੱਲ ਰਹੀਆਂ ਕਿੰਨੇ ਸਾਲਾਂ ਤੋਂ ਤਾਂ ਪਹਿਲਾਂ ਹੀ ਅੰਦਰ ਨੇ ਹੈਲਥ, ਤੇ ਉਹਨੇ ਕਿਹਾ ਜੀ ਨਹੀਂ ਨਹੀਂ ਨਹੀਂ, ਇਹ ਤੁਸੀਂ ਇੰਨੀਆਂ ਕਿ ਦੇਸ਼ ਧਰੋਹੀ ਹੋ ਔਰ ਤੁਸੀਂ ਇੰਡੀਆ ਨੂੰ ਤੋੜਨ ਵੱਲ ਤੁਰੀਆਂ ਹੋਈਆਂ ਸੀ ਕਿ ਵੀ ਤੁਹਾਡਾ ਜਿਹੜਾ ਬਾਹਰ ਜਾਣਾ ਬਹੁਤ ਖਤਰਨਾਕ ਹੈ। ਹਾਲਾਂ ਇਹਨਾਂ ਨੇ ਕਿਸੇ ਨੂੰ ਮਾਰਿਆ ਨਹੀਂ, ਕੋਈ ਵਾਇਲੈਂਟ ਐਕਟੀਵਿਟੀ ਨਹੀਂ ਹੈ, ਪੀਸਫੁਲੀ। ਲੇਕਿਨ ਤੁਸੀਂ ਜਦੋਂ ਉਹਨਾਂ ਦਾ ਜਿਹੜਾ ਉਹ ਚੰਦਰ ਨਾਂ ਦਾ ਚੰਦਰਾ ਕਕਰਾ ਡੂਮਾ ਕੋਰਟ ਦਾ ਜੱਜ ਹੈ, ਉਹਦੀ ਤੁਸੀਂ ਸੈਂਟੈਂਸ ਪੜ੍ਹੋ। ਉਹਨੇ ਕਿਹਾ ਜੀ ਤੁਹਾਡੀ ਅਸੀਂ ਸੈਂਟੈਂਸ ਵੀ ਨਹੀਂ ਘਟਾਣੀ ਕਿਉਂਕਿ ਇਹ ਤੁਸੀਂ ਤਾਂ ਦੇਸ਼ ਧਰੋਹੀ ਹੋ। ਔਰ ਕੋਈ ਹੋਰ ਕੇਸ ਇੰਡੀਵਿਜੂਅਲ ਹੁੰਦਾ ਉਹਦੇ 'ਚ ਤੁਹਾਡੀ ਐਜੂਕੇਸ਼ਨ ਜਾਂ ਤੁਹਾਡੀਆਂ ਹੈਲਥ ਪ੍ਰੋਬਲਮ ਦੇਖੀਆਂ ਜਾਂਦੀਆਂ। ਇਹ ਕੋਰਟ ਕਹਿ ਰਿਹਾ ਕਿ ਕੋਈ ਸਬੂਤ ਐਸਾ ਨਹੀਂ ਹੈ ਕਿ ਇਹਨਾਂ ਬੀਬੀਆਂ ਨੇ ਆਪਣੇ ਕਾਜ਼ ਦੇ ਲਈ ਵਾਇਲੈਂਸ ਕੀਤੀ ਹੋਏ, ਕਿਸੇ ਦੇ ਚਪੇੜ ਵੀ ਮਾਰੀ ਹੋਏ। ਬਟ ਦਾ ਮਟੀਰੀਅਲ ਔਨ ਰਿਕਾਰਡ ਡਜ਼ ਰਿਫਲੈਕਟ that convicts did not abhor the violence and such rather had indirectly promoted the use of violence by eulogizing the slain terrorists। ਅਮਰਿਤਪਾਲ ਸਿੰਘ ਵੀ 3 ਸਾਲ ਹੋ ਜਾਣੇ ਨੇ, ਹੁਣ ਦਾ ਵੀ ਸੈਸ਼ਨ ਕਿੰਨੀ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ ਉਹਨਾਂ ਕਿ ਹਾਈ ਕੋਰਟ 'ਚ ਜਾਓ। ਹਾਈ ਕੋਰਟ 'ਚ ਆਏ, ਹਾਈ ਕੋਰਟ ਨੇ ਪਹਿਲਾਂ ਕਿੰਨਾ ਚਿਰ ਲਾਤਾ ਸੁਣਦੇ ਆ, ਫਿਰ ਜੇ ਸੁਣਿਆ ਹੀ ਸੁਣਿਆ ਤੇ ਫਿਰ ਉਹਨਾਂ ਨੇ ਕਿਹਾ ਜੀ ਫੈਸਲਾ ਰਿਜ਼ਰਵ। ਹੁਣ ਇਹ ਸੈਸ਼ਨ ਵੀ ਲੰਘ ਗਿਆ, ਹੁਣ ਇਹ ਹੈ ਕਿ 59 days ਐਬਸੈਂਟ, 60th today, no immediate threat to ਅਮਰਿਤਪਾਲ ਸੀਟ, ਹਾਈ ਕੋਰਟ order। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੀ ਇੱਕ ਅਦਾਲਤ ਨੇ ਕਸ਼ਮੀਰੀ ਸੰਘਰਸ਼ ਨਾਲ ਸੰਬੰਧਿਤ 3 ਬੀਬੀਆਂ ਨੂੰ UAPA ਕਾਨੂੰਨ ਦੇ ਤਹਿਤ 30 ਸਾਲ ਦੀ ਉਮਰ ਕੈਦ ਸੁਣਾਈ ਹੈ ਔਰ ਇਹਨਾਂ ਬੀਬੀਆਂ ਨੇ ਅਮਨਮਈ ਤਰੀਕੇ ਨਾਲ ਕਸ਼ਮੀਰੀ ਆਜ਼ਾਦੀ ਦੇ ਝੰਡੇ ਨੂੰ ਬੁਲੰਦ ਰੱਖਿਆ। ਔਰ ਦੂਸਰੇ ਪਾਸੇ MP ਭਾਈ ਅਮਰਿਤਪਾਲ ਸਿੰਘ ਨੂੰ ਪਾਰਲੀਮੈਂਟ ਵਿੱਚ ਜਿਹੜੇ ਇਸ ਦੇ ਸੈਸ਼ਨ ਵਿੱਚ ਵੀ ਜਿਹੜੀ ਹੈ ਸ਼ਮੂਲੀਅਤ ਕਰਨ ਲਈ ਪੇਰੋਲ ਨਹੀਂ ਦਿੱਤੀ ਗਈ। ਸੋ ਪੰਜਾਬ ਤੇ ਕਸ਼ਮੀਰ ਪਾਰਟੀ ਕਬਜ਼ੇ ਹੇਠ ਹਨ ਔਰ ਕਸ਼ਮੀਰੀਆਂ ਤੇ ਸਿੱਖਾਂ ਨਾਲ ਜਿਹੜਾ ਗੁਲਾਮਾਂ ਵਾਲਾ ਵਰਤਾਰਾ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦਾ ਸਾਰਾ ਹੀ ਢਾਂਚਾ, ਕੁੱਲ ਰਜੀਮ ਜਿਸ ਦੇ ਵਿੱਚ ਉਹਨਾਂ ਦੀ ਲੈਜਿਸਲੇਚਰ, ਐਗਜ਼ੈਕਟਿਵ, ਬਿਊਰੋਕਰੇਸੀ, ਜੁਡੀਸ਼ਰੀ, ਮੀਡੀਆ ਪੂਰੀ ਤਰ੍ਹਾਂ ਸਿੱਖਾਂ, ਮੁਸਲਮਾਨਾਂ, ਦਲਿਤਾਂ, ਬੋਧੀਆਂ ਉਹਨਾਂ ਦੇ ਬਿਲਕੁਲ ਖੁੱਲ੍ਹ ਕੇ ਖਿਲਾਫ ਭੁਗਤ। ਕੋਈ ਹੁਣ ਉਹਨਾਂ ਨੂੰ ਸ਼ਰਮ ਹਿਆ ਨਹੀਂ ਹੈ। ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ US ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਨ੍ਹਾਂ ਨੇ ਆਪਣੀ ਸਾਲ 2026 ਦੀ ਰਿਪੋਰਟ ਚ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਣ ਦੀ ਸਿਫਾਰਿਸ਼ ਕੀਤੀ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ RSS ਜਿਹੜਾ ਹਿੰਦੂਤਵੀ ਸੰਗਠਨ ਹੈ ਔਰ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਉਹ ਇੰਟਰਫੀਅਰ ਕਰਦੀਆਂ ਨੇ ਔਰ ਉਹਨਾਂ ਦੇ ਉੱਤੇ ਜਿਹੜੀਆਂ ਨੇ ਪਾਬੰਦੀਆਂ ਲਾਈਆਂ ਜਾਣ, ਉਹਨਾਂ ਦੇ ਅਸੈਟ, ਪੈਸਾ ਉਹਨਾਂ ਦਾ ਫਰੀਜ਼ ਕੀਤਾ ਜਾਏ, ਵੀਜ਼ਿਆਂ 'ਤੇ ਪਾਬੰਦੀ ਹੋਏ। ਔਰ 250 ਤੋਂ ਜ਼ਿਆਦਾ ਸਾਬਕਾ ਸੁਪਰੀਮ ਕੋਰਟ ਦੇ ਜੱਜ, ਬਿਊਰੋਕਰੈਟ ਔਰ 10 ਤੋਂ ਜ਼ਿਆਦਾ ਐਂਬੈਸਡਰ ਜਿਹੜੇ ਨੇ ਉਹਨਾਂ ਨੇ ਚਿੱਠੀ ਲਿਖ ਕੇ ਅਮਰੀਕਾ ਨੂੰ ਰਿਡੀਕਿਊਲ ਕੀਤਾ ਕਿ ਗੋਰੇ ਸਾਨੂੰ ਦੱਸਣਗੇ ਅਸੀਂ ਕੀ ਕਰਨਾ ਹੈ, ਸਾਡੀ ਲਾਰਜੈਸਟ ਡੈਮੋਕ੍ਰੇਸੀ ਹੈ, ਸਾਡਾ ਜਿਹੜਾ ਉਹ ਬੜਾ ਪਾਵਰਫੁਲ ਸਾਡਾ ਜੁਡੀਸ਼ੀਅਲ ਸਿਸਟਮ ਹੈ, ਸਭ ਦੇ ਲਈ ਜਸਟਿਸ ਹੈ, ਕਾਨੂੰਨ ਦੀ ਨਜ਼ਰ ਸਭ ਬਰਾਬਰ ਨੇ, ਇਹ ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਰਿਟਾਇਰਡ ਲੋਕ ਜਿਹੜੇ ਨੇ ਕਿਸ ਹੱਦ ਤੱਕ, ਇਹ ਤਾਂ ਰਿਟਾਇਰ ਉਦੋਂ ਹੋਏ ਹੋਣਗੇ ਕੋਈ ਪਿਛਲੇ 8-10 ਸਾਲ 'ਚ ਹੋਇਆ ਹੋਏਗਾ, ਜਿਹੜੇ ਹੁਣ ਨੇ ਹੁਣ ਤਾਂ ਬਣ ਹੀ ਹੋ ਰਹੇ ਨੇ ਜਿਨ੍ਹਾਂ ਨੂੰ ਅਸੀਂ
ਬੀਬੀ ਅਮਨਦੀਪ ਕੌਰ ਉਹਨਾਂ ਦਾ ਲੈਟਰ ਪੜ੍ਹਿਆ ਸੀ ਕਿ ਵੀ ਜਿਹੜਾ UPSC ਹੈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਉਸ ਦੇ ਵਿੱਚ ਕਿਸ ਲੈਵਲ ਦੇ ਉੱਤੇ ਸਵਾਲ ਪੁੱਛੇ ਜਾਂਦੇ ਨੇ, ਬਿਲਕੁਲ ਹਿੰਦੂਤਵੀ। ਲੇਕਿਨ ਇਹ ਜਿਹੜੇ ਸਾਬਕਾ ਨੇ, ਕੋਈ 80 ਸਾਲਾਂ ਦਾ ਬੁੱਢਾ ਹੋਏਗਾ, ਕੋਈ 17 ਦਾ, ਕਿਵੇਂ ਭਰੇ ਹੋਏ ਨੇ ਹਿੰਦੂਤਵੀ ਜ਼ਹਿਰ ਨਾਲ, ਔਰ ਅਮਰੀਕਾ ਦੇ ਖਿਲਾਫ ਉਹਨਾਂ ਨੂੰ ਕਿਵੇਂ, ਹਾਲਾਂ ਉਹਨਾਂ ਦੇ ਆਪਣੇ ਪੁੱਤਰ ਧੀਆਂ ਇੱਥੇ ਉਹਨਾਂ ਨੇ ਸੈਟਲ ਕੀਤੇ ਹੋਣਗੇ, ਲੇਕਿਨ ਉਹ ਭਾਰਤ ਦਾ ਗੌਰਵ ਤੇ ਇਹ ਉਹ। ਤੇ ਉਹਨਾਂ ਦੀ ਜੁਡੀਸ਼ਰੀ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਸਾਡੇ ਸਾਹਮਣੇ ਹੈ ਜੂਨ 84, ਨਵੰਬਰ 84, ਹੁਣ 84 ਨੂੰ ਜਿਹੜਾ ਹੈ ਉਹ 42 ਸਾਲ ਹੋ ਗਏ ਨੇ। ਅੱਜ ਵੀ ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ ਹੈ, ਪੂਰੀ ਜਨਰੇਸ਼ਨ ਮਰ ਗਈ, ਗਵਾਹ ਖਤਮ ਹੋ ਗਏ। ਇਸੇ ਤਰ੍ਹਾਂ 2002 ਗੁਜਰਾਤ ਕਿਲਿੰਗ ਕਿਸ ਲੈਵਲ ਦੇ ਉੱਤੇ ਹੋਇਆ ਕਿ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਉਹੀ ਮੋਦੀ ਤੇ ਅਮਿਤ ਸ਼ਾਹ ਦਿੱਲੀ ਤੱਕ ਪਹੁੰਚੇ, ਔਰ ਜਦੋਂ ਉਹਨਾਂ ਦੇ ਜੇ ਕਿਸੇ ਦਾ ਕਿਤੇ ਕੋਈ ਰੇਪ ਕੇਸ ਜਾਂ ਦੂਜਾ ਵੀ ਜਿਹੜੇ ਨੇ, ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ। ਇਹ ਜਦੋਂ ਮੈਂ ਅੱਜ ਖਬਰ ਦੇਖੀ, ਕਿਉਂਕਿ ਕੁਛ ਅਰਸਾ ਪਹਿਲਾਂ ਹੀ ਇਹ ਸੀ ਕਿ ਵੀ ਜਿਹੜਾ ਇੱਕ ਕਸ਼ਮੀਰ ਦੇ ਵਿੱਚ ਬੀਬੀਆਂ ਦਾ ਵੀ ਇੱਕ ਸੰਗਠਨ ਜਾਂ ਇੱਕ ਜਮਾਤ ਦੁੱਖ ਤਰਾਨੇ ਮਿਲਤ, ਉਹ ਆਪਣੇ ਜਦੋਂ ਕਿ ਕਸ਼ਮੀਰੀ ਬੱਚਿਆਂ ਦੇ, ਇਹ 2019 ਤੋਂ ਵੀ ਪਹਿਲਾਂ ਦਾ ਜ਼ਿਕਰ, 2019 'ਚ ਤਾਂ ਇਹਨਾਂ ਨੇ ਕੰਮ ਹੀ ਮੁਕਾ ਦਿੱਤਾ ਨਾ, 5 ਅਗਸਤ 2019 ਨੂੰ ਕਸ਼ਮੀਰ ਦਾ ਜਿਹੜਾ ਆਰਟੀਕਲ 370 35A ਖਤਮ। ਪਰ ਜਦੋਂ ਬੁਰਹਾਨ ਵਾਨੀ ਔਰ ਬੱਚੇ ਜਿਹੜੇ ਨੇ ਉਹ ਜਿਹੜੇ ਆਪਣਾ ਪ੍ਰੋਟੈਸਟ ਕਰਦੇ ਸੀ, ਔਰ ਉਦੋਂ ਫੌਜ ਔਰ ਪੁਲਿਸ ਘਰਾਂ 'ਚ ਵੜ ਕੇ ਔਰਤਾਂ ਦੇ ਨਾਲ ਬਦਸਲੂਕੀ, ਜ਼ਬਰ ਜਨਾਹ ਤੱਕ ਦੀਆਂ ਘਟਨਾਵਾਂ ਜਿਹੜੀਆਂ ਦਬਾ ਦਬੂ ਦਿੱਤੀਆਂ ਗਈਆਂ ਨੇ। ਸੋ ਇਹਨਾਂ ਨੇ ਦੁੱਖ ਤਰਾਨੇ ਮਿਲਤ ਬਣਾ ਕੇ ਬੀਬੀਆਂ ਦੇ ਵਿੱਚ ਇੱਕ ਸਟਰੋਂਗ ਲਹਿਰ ਖੜੀ ਕੀਤੀ ਸੀ ਕਿ ਭਾਈ ਇਹ ਜਿਹੜੇ ਸਾਡੇ ਬੱਚਿਆਂ ਨੂੰ ਦਹਿਸ਼ਤਗਰਦ ਕਹਿ ਕੇ ਮਾਰਦੇ ਨੇ, ਇਹ ਤਾਂ ਸਾਡੇ ਜਿਹੜੇ ਨੇ ਬੁਰਹਾਨ ਵਾਨੀ ਵਰਗੇ ਸਾਡੇ ਹੀਰੋ ਨੇ, ਔਰ ਉਹਨਾਂ ਦੇ ਬੀਬੀਆਂ ਦਾ ਦੁੱਖ ਦਰਦ ਬਣਾਉਂਦੇ ਸੀ। ਔਰ ਉਹਨਾਂ ਨੂੰ UAPA ਦੇ ਥੱਲੇ ਜਿਹੜਾ ਕਾਨੂੰਨ, ਜਿਹੜੇ ਹੁਣ ਤੱਕ ਬ੍ਰਿਟਿਸ਼ ਪੀਰੀਅਡ ਦੇ ਕਾਨੂੰਨ, ਰੌਲਟ ਐਕਟ ਤੇ ਫਲਾਣਾ ਢਿਮਕਾ, ਜਾਂ ਈਵਨ 80s ਦੇ ਵਿੱਚ ਦਹਿਸ਼ਤਗਰਦੀ ਦੇ ਨੂੰ ਰੋਕਣ ਦੇ ਲਈ ਟਾਡਾ ਵਰਗੇ, ਉਸ ਤੋਂ ਵੀ ਬਦਤਰ ਹੈ UAP। ਕਿੰਨੇ ਸਿੱਖ ਨੌਜਵਾਨ ਖਾਲਿਸਤਾਨ ਕਹਿਣ ਦੇ ਉੱਤੇ UAPA ਦੇ ਵਿੱਚ ਥੱਲੇ ਡੱਕੇ ਹੋਏ ਨੇ। ਸੋ ਇਹਨਾਂ ਬੀਬੀਆਂ ਨੂੰ, ਜਿਨ੍ਹਾਂ ਦੀ ਜਿਹੜੀ ਹੈ ਪ੍ਰਮੁੱਖ ਆਗੂ ਜਿਹੜੀ ਹੈ ਆਸੀਆ ਅੰਦਰਾਬੀ ਸੀ, ਔਰ ਉਹਨਾਂ ਦੀਆਂ 2 ਹੋਰ ਸਾਥਣਾਂ ਸੋਫੀ ਫਹਿਮਿਦਾ ਤੇ ਨਾਹਿਦਾ ਨਸਰੀਨ, ਉਹਨਾਂ ਨੂੰ ਜਿਹੜਾ ਇਹਨਾਂ ਨੇ UAPA ਥੱਲੇ ਇਹਨਾਂ ਤਿੰਨਾਂ ਬੀਬੀਆਂ ਨੂੰ ਬੁੱਕ ਕੀਤਾ ਹੋਇਆ ਸੀ। ਕੱਲ ਦਿੱਲੀ ਦੀ ਅਦਾਲਤ ਨੇ ਜਿਹੜਾ ਉਸ ਦੀ ਸਜ਼ਾ ਸੁਣਾਈ, ਔਰ ਉਹਨਾਂ ਤਿੰਨਾਂ ਨੂੰ ਹੀ, ਆਸਰੀਆ ਅੰਦਰਾਬੀ ਨੂੰ ਔਰ ਸੋਫੀ ਫਹਿਮਿਦਾ ਤੇ ਨਾਹਿਦਾ ਨਸਰੀਨ ਨੂੰ 30 ਸਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹਾਲਾਂ ਇਹਨਾਂ ਨੇ ਕਿਸੇ ਨੂੰ ਮਾਰਿਆ ਨਹੀਂ, ਕੋਈ ਵਾਇਲੈਂਟ ਐਕਟੀਵਿਟੀ ਨਹੀਂ ਹੈ, ਪੀਸਫੁਲੀ। ਲੇਕਿਨ ਤੁਸੀਂ ਜਦੋਂ ਉਹਨਾਂ ਦਾ ਜਿਹੜਾ ਉਹ ਚੰਦਰ ਨਾਂ ਦਾ ਚੰਦਰਾ ਕਕਰਾ ਡੂਮਾ ਕੋਰਟ ਦਾ ਜੱਜ ਹੈ, ਉਹਦੀ ਤੁਸੀਂ ਸੈਂਟੈਂਸ ਪੜ੍ਹੋ ਤੇ ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਕਦਰ ਇਹ ਮੁਸਲਮਾਨਾਂ ਲਈ, ਕਸ਼ਮੀਰੀਆਂ ਲਈ, ਸਿੱਖਾਂ ਲਈ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਵੀ 3 ਸਾਲ ਹੋ ਜਾਣੇ ਨੇ, ਹੁਣ ਦਾ ਵੀ ਸੈਸ਼ਨ, ਕਿੰਨੀ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ ਉਹਨਾਂ ਕਿ ਹਾਈ ਕੋਰਟ 'ਚ ਜਾਓ, ਹਾਈ ਕੋਰਟ 'ਚ ਆਏ, ਹਾਈ ਕੋਰਟ ਨੇ ਪਹਿਲਾਂ ਕਿੰਨਾ ਚਿਰ ਲਾਤਾ ਸੁਣਦੇ ਆ, ਫਿਰ ਜੇ ਸੁਣਿਆ ਹੀ ਸੁਣਿਆ ਤੇ ਫਿਰ ਉਹਨਾਂ ਨੇ ਕਿਹਾ ਜੀ ਫੈਸਲਾ ਰਿਜ਼ਰਵ। ਹੁਣ ਇਹ ਸੈਸ਼ਨ ਵੀ ਲੰਘ ਗਿਆ, ਹੁਣ ਇਹ ਹੈ ਕਿ 59 days ਐਬਸੈਂਟ, 60th ਟੁਡੇ, ਨੋ ਇਮੀਡੀਏਟ ਥ੍ਰੈਟ ਟੂ ਅੰਮ੍ਰਿਤਪਾਲ ਸੀਟ, ਹਾਈ ਕੋਰਟ ਰੋਡ। ਹੁਣ ਜਿਹੜਾ ਦਿੱਲੀ ਦਾ ਵਕੀਲ, ਉਹਨਾਂ ਨੂੰ ਸੀ ਕਿ ਭਾਈ ਉਹਨੂੰ ਛੱਡੋ, ਖਡੂਰ ਸਾਹਿਬ ਨੂੰ ਰਿਪਰੈਜ਼ੈਂਟ ਕਰਦਾ ਹੈ, ਜਾ ਕੇ ਆਪਣੇ ਲੋਕਾਂ ਦਾ ਦੁੱਖ ਦਰਦ ਸੁਣਾਏ, ਉੱਥੇ ਪਾਰਲੀਮੈਂਟ 'ਚ ਕੀ ਪ੍ਰੋਬਲਮ ਨੇ, ਫਲੱਡ ਆਏ ਨੇ ਜ਼ਿਆਦਾ ਇਸ ਏਰੀਏ 'ਚ ਆਏ। ਔਰ ਅੱਜ ਜਿਹੜਾ ਉਹਨਾਂ ਨੇ ਜਿਹੜਾ ਸੈਂਟਰ ਦਾ ਵਕੀਲ ਆ, ਉਹਨੇ ਕਿਹਾ ਜੀ ਨਹੀਂ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਉਹਦੀ ਸੀਟ ਕੈਂਸਲ ਹੋ ਜਾਏਗੀ, ਜੇ 49 ਸੀਟ 59 ਸੀਟਿੰਗ 'ਚ ਨਹੀਂ ਵੀ ਆਇਆ, ਉਹ ਲਿਖ ਕੇ ਭੇਜ ਦੇ ਕਿ ਜੀ ਉਹ ਡਿਟੈਂਸ਼ਨ 'ਚ ਹੈ ਔਰ ਇਹ ਉਹਦੀ ਸੀਟ ਨਹੀਂ ਅਸੀਂ ਖਾਲੀ ਕਰਦੇ। ਔਰ ਇਹ ਜਿਹੜਾ ਉਹਨਾਂ ਦਾ ਐਡੀਸ਼ਨਲ ਸੋਲੀਸਿਟਰ ਜਨਰਲ ਹੈ, ਚੀਫ ਜਸਟਿਸ ਸ਼ੀਲ ਨਾਗੂ ਦੀ ਅਦਾਲਤ ਦੇ ਵਿੱਚ ਐਡੀਸ਼ਨਲ ਸੋਲੀਸਿਟਰ ਜਨਰਲ ਸਤਿਆਪਾਲ ਜੈਨ ਨੇ ਕਿਹਾ ਕਿ ਜੀ ਉਹਦੀ ਸੀਟ ਕਾਇਮ ਰਹੇਗੀ, ਲੇਕਿਨ ਅਸੀਂ ਜਿਹੜਾ ਉਹਨੂੰ ਉਹਦੇ ਤੇ ਕੋਈ ਫੈਸਲਾ ਨਹੀਂ ਲੈ ਸਕਦੇ, ਉਹਨੂੰ ਪੈਰੋਲ ਨਹੀਂ ਦੇ ਸਕਦੇ। ਹੁਣ ਇੱਕ ਇਲੈਕਟਿਡ MP ਜਿਹੜਾ ਮੋਦੀ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤਿਆ, ਉਹਨੂੰ ਈਵਨ ਪਾਰਲੀਮੈਂਟ ਦੇ ਸੈਸ਼ਨ 'ਚ ਜਾਣਾ, ਔਰ ਪਿਛਲੀ ਜਦੋਂ ਹੀਅਰਿੰਗ ਹਾਈ ਕੋਰਟ ਚੱਲ ਰਹੀ ਸੀ, ਪੰਜਾਬ ਦੇ ਵਕੀਲ ਨੇ ਕਿਹਾ ਸੀ ਕਿ ਜੀ ਨਾ
ਇਹ ਤਾਂ ਜੇ ਅੰਮ੍ਰਿਤਪਾਲ ਸਿੰਘ ਆ ਗਿਆ ਬਾਹਰ ਔਰ ਪਾਰਲੀਮੈਂਟ 'ਚ ਉਹਨੇ ਕੋਈ ਲੈਕਚਰ ਕਰਤਾ, ਪੰਜਾਬ 'ਚ ਤਾਂ ਅੱਗ ਲੱਗ ਜਾਏਗੀ ਪੰਜਾਬ ਦੇ ਪਾਣੀਆਂ 'ਚ। ਉਹਨਾਂ ਨੇ ਕਿਹਾ ਜੀ ਚਲੋ ਉਵੇਂ ਨਾ ਕਰੋ, ਤੁਸੀਂ ਬਾਈ ਜ਼ੂਮ ਉਹਨੂੰ ਲੈ, ਨਹੀਂ ਜੀ ਉਹ ਤਾਂ ਸਾਡੇ ਕਨਸਟੀਟਿਊਸ਼ਨ 'ਚ ਪ੍ਰੋਵੀਜ਼ਨ ਹੀ ਨਹੀਂ। ਹੁਣ ਮੈਂ ਉਸ ਹਾਲਾਤ 'ਚ ਵੀ, ਜਿਵੇਂ ਉਹਨਾਂ ਦਾ ਇੱਕ ਬਿਆਨ ਤੋਂ ਅੱਗ ਲੱਗਣ ਦੀ ਗੱਲ ਕੀਤੀ, ਹੁਣ ਇਹ ਹਾਈ ਕੋਰਟ ਦਾ ਜੱਜ ਜਦੋਂ ਇਹਨਾਂ ਤਿੰਨਾਂ ਬੀਬੀਆਂ ਨੂੰ 30-30 ਸਾਲ, ਔਰ ਇਹ ਹਾਈਲੀ ਐਜੂਕੇਟਡ ਬੀਬੀਆਂ ਨੇ, ਕੋਈ ਡਾਕਟਰ ਹੈ, ਕੋਈ ਹਾਈਲੀ ਮਾਸਟਰਸ ਹੈ, ਕੋਈ ਦੂਜਾ ਹੈ, ਉਹਨਾਂ ਨੇ ਪਲੀਵ ਹੀ ਲਈ, ਹੈਲਥ ਪ੍ਰੋਬਲਮ ਚੱਲ ਰਹੀਆਂ ਕਿੰਨੇ ਸਾਲਾਂ ਤੋਂ, ਤਾਂ ਪਹਿਲਾਂ ਹੀ ਅੰਦਰ ਨੇ ਹੈਲਥ। ਤੇ ਉਹਨੇ ਕਿਹਾ ਜੀ ਨਹੀਂ ਨਹੀਂ ਨਹੀਂ, ਇਹ ਤੁਸੀਂ ਇੰਨੀਆਂ ਕਿ ਦੇਸ਼ ਧਰੋਹੀ ਹੋ ਔਰ ਤੁਸੀਂ ਇੰਡੀਆ ਨੂੰ ਤੋੜਨ ਵੱਲ ਤੁਰੀਆਂ ਹੋਈਆਂ ਸੀ ਕਿ ਵੀ ਤੁਹਾਡਾ ਜਿਹੜਾ ਬਾਹਰ ਜਾਣਾ ਬਹੁਤ ਖਤਰਨਾਕ ਹੈ, ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਹਾਂ। ਇਹ 2018 ਦੇ ਵਿੱਚ FIR NIA ਨੇ ਲਿਖੀ, ਜਿਹਦੇ 'ਚ ਉਹਨਾਂ ਨੇ ਇਹਨਾਂ ਤਿੰਨਾਂ ਬੀਬੀਆਂ ਨੂੰ ਡੈਮੋਨਸਟ੍ਰੇਸ਼ਨ ਕਰਨ ਔਰ ਇਹ ਜੀ ਜੰਮੂ ਕਸ਼ਮੀਰ ਨੂੰ ਭਾਰਤ ਤੋਂ ਅੱਡ ਕਰਨਾ ਚਾਹੁੰਦੀਆਂ ਨੇ, ਇਸ ਦੇ ਲਈ ਜਿਹੜਾ ਉਹਨਾਂ ਨੇ ਬੁੱਕ ਕੀਤਾ। ਫਿਰ ਕੋਈ ਵੀ ਉਹਨਾਂ ਨੇ ਖੁਦ ਹਿੰਸਾ ਨਹੀਂ ਕੀਤੀ, ਲੇਕਿਨ ਉਹਨਾਂ ਨੇ ਜਿਹੜਾ NSA ਨੇ ਜਦੋਂ ਟਰਾਇਲ ਚੱਲਿਆ, ਵੀਡੀਓ ਤੇ ਸੋਸ਼ਲ ਮੀਡੀਆ ਪੋਸਟ, ਫੇਸਬੁੱਕ, ਟਵਿੱਟਰ, ਇਹ ਉਹ ਦਿੱਤਾ ਕਿ ਜੀ ਇਹਨਾਂ ਨੇ ਬੁਰਹਾਨ ਵਾਨੀ ਦੀ ਬੜੀ ਤਾਰੀਫ ਕੀਤੀ। ਹੁਣ ਅਸੀਂ ਸਿੰਘਾਂ ਦੀ ਤਾਰੀਫ ਕਰਦੇ ਹਾਂ, ਯੋਧਿਆਂ ਦੀ, ਹਰ ਕੌਮ ਇੱਕ ਦਾ ਹੀਰੋ ਜਿਹੜਾ ਦੂਸਰੇ ਦਾ ਦਹਿਸ਼ਤਗਰਦ ਹੋ ਸਕਦਾ ਹੈ। ਬੁਰਹਾਨ ਵਾਨੀ ਨੇ ਵੀ ਪੀਸਫੁਲੀ ਸੋਸ਼ਲ ਮੀਡੀਆ ਰਾਹੀਂ ਉਹਦੀ ਪ੍ਰੀਚਿੰਗ ਸੀ। ਹੁਣ ਜਿਹੜਾ ਕੋਰਟ ਨੇ ਕ੍ਰਿਮੀਨਲ ਕੰਸਪੀਰੇਸੀ, waging war against the government of India, sedition, promoting enmity between groups, disrupting national integration, ਇਹ UAPA ਦੇ ਥੱਲੇ ਇਹਨਾਂ ਨੂੰ ਚਾਰਜ ਕੀਤਾ। ਔਰ ਇਸ ਤੋਂ ਬਾਅਦ ਜਦੋਂ ਉਹਨੇ ਜੱਜ ਨੇ ਕਿਹਾ, ਉਹਨੂੰ ਬੀਬੀਆਂ ਨੇ ਕਿਹਾ, the women argued that they are educated and suffer from various health issues. However, the court observed that the factors such as education and medical condition carry greater weight in cases involving isolated incidents, whereas the offence is seen as an exception in an otherwise law-abiding life. In this case, the court found that such considerations did not justify a lenient sentence. ਉਹਨੇ ਕਿਹਾ ਜੀ ਤੁਹਾਡੀ ਅਸੀਂ ਸੈਂਟੈਂਸ ਵੀ ਨਹੀਂ ਘਟਾਣੀ, ਕਿਉਂਕਿ ਇਹ ਤੁਸੀਂ ਤਾਂ ਦੇਸ਼ ਧਰੋਹੀ ਹੋ। ਔਰ ਕੋਈ ਹੋਰ ਕੇਸ ਇੰਡੀਵਿਜੂਅਲ ਹੁੰਦਾ, ਉਹਦੇ 'ਚ ਤੁਹਾਡੀ ਐਜੂਕੇਸ਼ਨ ਜਾਂ ਤੁਹਾਡੀਆਂ ਹੈਲਥ ਪ੍ਰੋਬਲਮ ਦੇਖੀਆਂ ਜਾਂਦੀਆਂ। ਉਹਦੇ 'ਚ ਕੋਰਟ ਕਹਿ ਰਿਹਾ ਕਿ in the present matter the conduct of convict is not one of, it's a continuous conduct adopted and carried out by convicts, ਕਿ ਜੀ ਲਗਾਤਾਰਤਾ ਨਾਲ ਇਹ ਆਪਣੀ ਆਜ਼ਾਦੀ ਦੀ ਗੱਲ ਕਰਦੀਆਂ ਨੇ। ਔਰ ਇਹ ਜਿਹੜਾ ਇਹ ਆਲ ਨੌਲੇਜ ਆਫ ਐਕਟੀਵਿਟੀਜ਼ ਹੈ ਉਹਨਾਂ ਨੂੰ। ਔਰ ਤੁਸੀਂ ਇਹਨਾਂ ਦੀ ਜ਼ੁਲਮ ਦੇਖੋ, ਅਦਾਲਤ ਦੀ ਸਿਤਮ ਜ਼ਰੀਫੀ ਜੀ, ਉਹ ਕੋਰਟ ਕਹਿ ਰਿਹਾ nothing that there is no doubt, there is nothing on the record to show that convicts had used violence to achieve their nefarious। ਇਹ ਕੋਰਟ ਕਹਿ ਰਿਹਾ ਕਿ ਕੋਈ ਸਬੂਤ ਐਸਾ ਨਹੀਂ ਹੈ ਕਿ ਇਹਨਾਂ ਬੀਬੀਆਂ ਨੇ ਆਪਣੇ ਕਾਜ਼ ਦੇ ਲਈ ਵਾਇਲੈਂਸ ਕੀਤੀ ਹੋਏ, ਕਿਸੇ ਦੇ ਚਪੇੜ ਵੀ ਮਾਰੀ ਹੋਏ। But the material on record does reflect that convicts did not abhor the violence and such rather had indirectly promoted the use of violence by eulogizing the slain terrorists। ਪਰ ਕਿਉਂਕਿ ਜਿਹੜੇ ਮਾਰੇ ਗਏ ਦਹਿਸ਼ਤਗਰਦ ਉਹਨਾਂ ਦੀਆਂ ਸਿਫਤਾਂ ਕੀਤੀਆਂ ਹੋਈਆਂ ਨੇ, ਇਸ ਲਈ ਇਹਨਾਂ ਨੇ ਵਾਇਲੈਂਸ ਨੂੰ ਪ੍ਰਮੋਟ ਕੀਤਾ। ਭਾਵੇਂ ਕੋਰਟ ਕਹਿ ਰਿਹਾ ਵੀ ਕੋਈ ਰਿਕਾਰਡ ਨਹੀਂ ਹੈ ਵੀ ਇਹਨਾਂ ਨੇ ਵਾਇਲੈਂਸ ਕੀਤੀ ਹੋਏ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਭਾਵੇਂ ਡਾਇਰੈਕਟ ਵਾਇਲੈਂਸ ਨਹੀਂ ਹੈ, ਬਟ ਇਨਫਿਊਜ਼ਿੰਗ ਦਾ ਮਾਈਂਡਸ ਆਫ ਕਸ਼ਮੀਰੀਜ਼, especially the youngsters, with the idea that Kashmir is not part of India and India has occupied the Kashmir illegally in a hostile manner, can invoke the sentiments of the people of Kashmir as well as it may lead them to use all kind। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕਹਿੰਦੇ ਨੇ ਕਿ ਸਾਡੇ ਤੇ ਜ਼ੁਲਮ ਹੋ ਰਿਹਾ ਹੈ ਔਰ ਭਾਰਤ ਨੇ ਜ਼ਬਰਦਸਤੀ ਕਸ਼ਮੀਰ ਤੇ ਕਬਜ਼ਾ ਕੀਤਾ ਹੈ, ਇਹ ਨੌਜਵਾਨਾਂ ਦੇ ਦਿਮਾਗਾਂ ਨੂੰ ਖਰਾਬ ਕਰਦਾ ਹੈ ਔਰ ਉਹਨਾਂ ਨੂੰ ਜਿਹੜਾ ਉਹ ਦੂਸਰੇ ਪਾਸੇ ਤੋਰਦਾ ਹੈ। ਇਹ ਹੈ, ਇਹਨਾਂ ਤੋਂ ਅਸੀਂ ਜਸਟਿਸ ਲੱਭਦੇ ਹਾਂ। ਇਹਨਾਂ ਤੋਂ ਸਾਡੇ ਲੋਕ, ਇੱਕ ਤਬਕਾ ਜਿਹੜੇ ਵਿਕੇ ਹੋਏ ਲੋਕ ਨੇ, ਉਹ ਸਮਝਦੇ ਨੇ ਕਿ ਜੀ ਅਸੀਂ ਜਿਹੜਾ ਹੈ ਇਹ ਇਸ ਤੋਂ ਵੱਡਾ ਕੀ ਜ਼ੁਲਮ ਹੋ ਸਕਦਾ ਕਿ ਵੀ ਉਹ ਵਿਚਾਰੀਆਂ ਕਿਸ ਉਮਰ 'ਚ ਮਿਡਲ ਏਜਡ ਵੂਮਨ ਨੇ 30 ਸਾਲ, ਇਹਦਾ ਮਤਲਬ ਕਿ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਉਹਨਾਂ ਦੀ ਡੈਥ ਹੋਏਗੀ। ਇਹ ਹੈ ਜ਼ੁਲਮ ਦੀ ਇੰਤਹਾ। ਬਿਲਕੁਲ ਡਾਕਟਰ ਸਾਹਿਬ ਤੁਹਾਡੇ ਸੇ ਬੋਲਿਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।